ਚੱਲਿਆ ਭੁੱਖਾ ਰਿਜਕ ਦਾ ਹਾਏ 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 ਬੱਲੇ ਉਹ ਮਿੱਠਾ ਸਿੰਘ ਜੀ ਜੈ ਹਿੰਦ ਜੀ। ਜੈ ਹਿੰਦ ਜੀ, ਜੈ ਜਨਾਬ। ਹੋਰ ਜੀ ਮਿੱਠਾ ਸਿੰਘ ਜੀ, ਤੁਸੀਂ ਅੱਜ ਕਮਾਲ ਕਰਤੀ ਡਾਕਟਰ ਇਹ ਲੋ ਜੀ ਤੁਹਾਨੂੰ ਪਹਿਲਾਂ ਆ ਕੇ ਬੈਠੇ ਆ, ਡਾਕਟਰ ਸਾਹਿਬ ਨੂੰ ਨਾਲ ਲਿਆ। ਨਾ ਡਾਕਟਰ ਸਾਹਿਬ ਜੀ ਆਇਆਂ ਨੂੰ ਥੈਂਕ ਯੂ ਜੀ, ਮਿਹਰਬਾਨੀ ਜੀ, ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ ਅਸਲ ਚ ਹੋਇਆ ਪਤਾ ਕੀ, ਹਾਂਜੀ। ਡਾਕਟਰ ਸਾਹਿਬ ਆ ਗਿਆ 10 ਮਿੰਟ ਪਹਿਲਾਂ। ਅੱਛਾ ਮੈਂ ਕਿਹਾ ਡਾਕਟਰ ਸਾਹਿਬ ਘਰੋਂ ਚਾਹ ਪੀ ਕੇ ਚੱਲਦੇ ਆ। ਉਹ ਕਹਿੰਦੇ ਚਾਹ ਤਾਂ ਪੀਂਦੇ ਰਹੀਦਾ, ਤੂੰ ਮੈਨੂੰ ਵਿਹੜੇ 'ਚ ਲੈ ਕੇ ਚੱਲ, ਜਿਹੜਾ ਵਿਹੜੇ 'ਚ ਬਹਿ ਕੇ ਆਨੰਦ ਆਉਂਦਾ ਨਾ, ਹੋਰ ਕਿਤੇ ਨਹੀਂ। ਹਾਂ ਦੇਖੋ ਗੱਲ ਇਹ ਆ, ਇੱਕ ਤੁਹਾਨੂੰ ਪਤਾ ਹੋਣਾ ਜੀ। ਕਿ ਅਸੀਂ ਜਦੋਂ ਵੀ ਵਿਹੜਾ ਬਣਾਇਆ ਸੀ ਨਾ ਜੀ, ਜੀ, ਤੇ ਜੀ। ਮੂਰਤ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਆਪਣਾ ਬੇੜਾ ਜੀ, ਆਪਣਾ ਬੇੜਾ। ਕਿਸਾਨ ਵੀਰੋ ਤੇ ਭੈਣੋ, ਇਹ ਨੇ ਡਾਕਟਰ ਸੁਤੰਤਰ ਕੁਮਾਰ ਏਰੀ ਜੀ, ਜਿਹੜੇ ਕਿ ਡਾਇਰੈਕਟਰ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਤੇ ਤੇਜਪਾਲ ਜੀ, ਇਹਨਾਂ ਨਾਲ ਵੀ ਗੱਲਾਂ ਬਾਤਾਂ ਆਪਾਂ ਸਾਂਝੀਆਂ ਕਰਨੀਆਂ ਆ। ਹੋਰ ਸੁਣਾਓ, ਘਰ ਠੀਕ ਠਾਕ ਆ ਸਾਰੇ? ਘਰ ਸਾਰਾ ਕੁਝ ਠੀਕ ਆ, ਪਰ ਅੱਜ ਥੋੜਾ ਜਿਹਾ ਨਾ ਮੈਨੂੰ ਇੱਕ ਗੱਲ ਜਿਹੜੀ ਉਹ ਚਿੰਤਤ ਕਰ ਰਹੀ ਆ। ਕੀ? ਉਹ ਹੋ ਕੀ ਰਿਹਾ ਵੀ ਨਿਆਣਾ ਮਾੜਾ ਜਿਹਾ ਰੋਵੇ ਹਾਂ ਤੇ ਮਾਵਾਂ ਕੱਢ ਕੇ ਉਹਨਾਂ ਨੂੰ ਬਿਸਕੁਟਾਂ ਦਾ ਪੈਕਟ ਹੱਥ ਫੜਾ ਦਿੰਦੀਆਂ ਵੀ ਨਿਆਣਾ ਚੁੱਪ ਕਰ ਜਾ, ਨਾਲੇ ਖਾਈ ਜਾਵੇ, ਸਾਨੂੰ ਨਾ ਤੰਗ ਕਰੇ। ਹਾਂ ਕਿਉਂ ਡਾਕਟਰ ਸਾਹਿਬ? ਡਾਕਟਰ ਸਾਹਿਬ ਇਹ ਹੁਣ ਤੇ ਬਿਸਕੁਟਾਂ ਦੇ ਪੈਕਟ ਫੜਾ ਦਿੰਦੀਆਂ, ਸਾਡੇ ਵੇਲਿਆਂ 'ਚ ਪਤਾ ਕੀ ਕਰਦੀਆਂ ਸੀ? ਨਿੱਪਲ ਪਾ ਦਿੰਦੀਆਂ ਸੀ। ਨਹੀਂ ਵੈਸੇ ਨਾ ਜਿੱਦਾਂ ਅਸੀਂ ਛੋਟੇ ਛੋਟੇ ਸੀ ਨਾ ਜੀ ਤੇ ਆਮ ਹੁੰਦਾ ਹੀ ਵੀ ਘਰ ਦੇ ਨਾ, ਘਰ ਦਾ ਆਟਾ, ਘਰ ਦਾ ਘਿਓ, ਬਿਸਕੁਟ ਬਣਵਾ ਕੇ ਆਪਣੇ ਪੀਪਾ ਬਣਾਉਣਾ ਜੀ ਬਿਸਕੁਟਾਂ ਦਾ। ਬਿਲਕੁਲ ਬਿਲਕੁਲ ਬਿਲਕੁਲ। ਜਿਹਲੇ ਕੋਈ ਆਏ ਗਏ ਜਾਂ ਬੱਚਿਆਂ ਨੂੰ ਵੀ ਕੋਈ ਖਾਣ ਨੂੰ, ਸਾਨੂੰ ਖਾਣ ਨੂੰ ਕੋਈ ਦੇਣਾ ਤਾਂ ਘਰ ਦੇ ਬਿਸਕੁਟ ਅੱਜ ਵੀ ਬਣਦੇ ਨੇ, ਇਹ ਨਹੀਂ ਗੱਲ ਹੈ ਕਿ ਬਣਦੇ ਨਹੀਂ, ਉਹ ਬਣਾਉਣੇ ਚਾਹੀਦੇ ਆ। ਸਾਡੇ ਕੋਲ ਹੀ ਸਮਾਂ ਨਹੀਂ ਹੈਗਾ। ਪਤਾ ਨਹੀਂ ਬਾਹਰ ਕਿੱਦਾਂ ਦਾ ਆਟਾ ਵਰਤਦੇ ਆ, ਕਿੱਦਾਂ ਦਾ ਘਿਓ ਵਰਤਦੇ ਆ, ਆਪਣੇ ਘਰ ਦੀ ਚੀਜ਼ ਦੀ ਕੀ ਰੀਸ ਆ। ਡਾਕਟਰ ਸਾਹਿਬ ਉਹ ਜਿਹੜੇ ਬਿਸਕੁਟ ਸੀ ਉਹ ਪੌਸ਼ਟਿਕ ਹੁੰਦੇ ਸੀ। ਹਾਂ ਪੌਸ਼ਟਿਕ ਹੁੰਦੇ, ਉਹਨਾਂ ਦਾ ਖਾਣ ਦਾ ਫਾਇਦਾ ਇਹ ਸੀ ਵੀ ਤੁਹਾਡੀ ਸਿਹਤ ਲਈ ਚੰਗੀ। ਹੁਣ ਨਾਲੇ ਆ ਜਿਹੜੇ ਬਿਸਕੁਟ ਇਹਨਾਂ ਦਾ ਪਤਾ ਹੀ ਨਹੀਂ ਸਾਨੂੰ ਕੀ ਪਤਾ ਪਾਤਾ, ਕੀ ਕਿੱਦਾਂ ਹੈਗਾ ਇਹ ਸਾਰਾ। ਬਿਲਕੁਲ। ਨਾਲੇ ਇੱਕ ਤਾਂ ਹੁੰਦਾ ਮੈਦਾ ਜੀ, ਉਹ ਦੇਖੋ ਆਟਾ ਵਰਤਣਾ ਘਰ ਦਾ। ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਆ। ਦੇਖੋ ਗੱਲ ਇਹ ਆ, ਕਈ ਕਿਸਮ ਦੇ ਆਟੇ ਵਰਤ ਸਕਦੇ ਹੋ। ਬਿਲਕੁਲ 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 ਤੁਹਾਡੀ ਗੱਲ ਸਹੀ ਆ। ਉਦਾਂ ਦੀ ਕੁਆਲਿਟੀ ਬਣ ਜਾਣੀ ਹੈ। ਦੇਖੋ ਗੱਲ ਇਹ ਆ ਕਿ ਇਹ ਵੈਸੇ ਵੀ ਆਪਾਂ ਅੱਗੇ ਵੀ ਗੱਲ ਕੀਤੀ ਆ ਵੀ ਇਹ ਕੌਮੀ ਪੱਧਰ ਤੇ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ। ਅਸੀਂ ਕਦੇ ਨਾ ਡਾਕਟਰ ਸਾਹਿਬ ਦੇਖੋ, ਅਸੀਂ ਖਾਣਾ ਖਾਣ ਬੈਠੇ ਆ, ਰੋਟੀ ਖਾਣ ਬੈਠੇ ਆ, ਘਰ ਦੀਆਂ ਸਵਾਣੀਆਂ ਜਿਹੜੀਆਂ ਸਾਰਿਆਂ ਨੂੰ ਪਹਿਲੇ ਖਵਾ ਲੈਂਦੀਆਂ ਜੀ, ਬਾਅਦ ਚੋਂ ਖਾਂਦੀਆਂ। ਬਿਲਕੁਲ ਜੀ, ਬਾਅਦ ਚੋਂ। ਅਸੀਂ ਕਦੇ ਉਹਨਾਂ ਨੂੰ ਪੁੱਛਿਆ ਵੀ ਕੀ ਖਾਦਾ? ਨਹੀਂ। ਦੇਖੋ ਬਾਅਦ ਚ ਸਾਰਿਆਂ ਨੂੰ ਖਵਾ ਕੇ ਫਿਰ ਸਾਰੇ ਆਪਣੇ ਭਾਂਡੇ ਭੁੰਡੇ ਵੀ ਸਾਫ਼ ਕਰਦੀਆਂ ਜੀ, ਸਾਰਾ ਕੰਮ ਕਰਦੀਆਂ। ਪਿੰਡੇ ਛੱਡ ਕੇ ਨਹੀਂ ਸੌਣਾ ਏਦਾਂ, ਫਿਰ ਐਵੇਂ ਬਿਮਾਰੀਆਂ ਫੈਲਦੀਆਂ। ਸਫਾਈ ਕਰਕੇ ਫਿਰ ਆਉਣਾ। ਸੋ ਸਾਨੂੰ ਦੇਖੋ ਜੀ, ਗੱਲ ਇਹ ਆ ਬੱਚਿਆਂ ਦੀ ਤੇ ਔਰਤਾਂ ਦੀ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ। ਭਾਅ ਆ ਮੰਡੀਆਂ ਦੇ। ਹਾਂ ਸੁਣਾਓ। ਲਓ ਜੀ ਮਹਾਰਾਜ ਜੀ, ਆਲੂ ਵਿਕੇ ਆ ਜਲੰਧਰ 1200 ਰੁਪਏ ਕੁਇੰਟਲ, ਅੰਮ੍ਰਿਤਸਰ 1200 ਰੁਪਏ, ਰਈਆ 1800 ਰੁਪਏ ਜੀ, ਫਗਵਾੜੇ 2200 ਰੁਪਏ, ਖੰਨਾ 2000 ਰੁਪਏ ਤੇ ਮੁਕਤਸਰ 2100 ਰੁਪਏ ਆਲੂ। ਸੁੱਕੇ ਗੰਢੇ ਵਿਕੇ ਆ ਜਲੰਧਰ 2000 ਰੁਪਏ, ਅੰਮ੍ਰਿਤਸਰ 1400 ਰੁਪਏ ਜੀ, ਰਈਆ 2200 ਰੁਪਏ, ਫਗਵਾੜੇ 2200 ਤੇ 15 ਰੁਪਏ ਜੀ, ਖੰਨਾ 2200 ਰੁਪਏ ਤੇ ਮੁਕਤਸਰ 2250 ਰੁਪਏ। ਪਿਆਜ਼ਾਂ ਦਾ ਰੇਟ ਜੀ। ਟਮਾਟਰ ਅੱਜ ਵਿਕੇ ਆ ਜਲੰਧਰ ਤੇਜਪਾਲ ਜੀ 2400 ਰੁਪਏ ਕੁਇੰਟਲ ਜੀ, ਅੰਮ੍ਰਿਤਸਰ 3500 ਰੁਪਏ, ਰਈਆ ਮੰਡੀ 2800 ਰੁਪਏ ਜੀ, ਫਗਵਾੜੇ 4000 ਰੁਪਏ, ਖੰਨਾ 3300 ਰੁਪਏ ਤੇ ਮੁਕਤਸਰ 2700 ਤੇ 50 ਰੁਪਏ। ਠੀਕ ਹੈ ਜੀ। ਬੈਂਗਣਾ ਦਾ ਭਾਅ ਜਿਹੜਾ ਜੀ ਜਲੰਧਰ 1400 ਰੁਪਏ, ਅੰਮ੍ਰਿਤਸਰ 900 ਰੁਪਏ, ਰਈਆ ਮੰਡੀ 1500 ਰੁਪਏ, ਫਗਵਾੜੇ 900 ਰੁਪਇਆ, ਖੰਨਾ 800 ਰੁਪਇਆ ਤੇ ਮੁਕਤਸਰ 1700 ਤੇ 50 ਰੁਪਏ। ਠੀਕ ਆ ਜੀ। ਘੀਆ ਜਲੰਧਰ ਵਿਕਿਆ 700 ਰੁਪਏ ਜੀ, ਅੰਮ੍ਰਿਤਸਰ 1300 ਰੁਪਏ ਜੀ, ਰਈਆ 1400 ਰੁਪਏ ਜੀ, ਫਗਵਾੜਾ 800 ਰੁਪਏ, ਖੰਨਾ 1300 ਰੁਪਏ ਤੇ ਮੁਕਤਸਰ ਮੰਡੀ ਭਾਅ ਰਿਹਾ ਜੀ 2500 ਰੁਪਏ ਘੀਏ ਦਾ। ਠੀਕ ਆ ਜੀ। ਇਹ ਤੇ ਸੀ ਜੀ ਆਪਣਾ ਜਿੰਸਾਂ ਦੇ ਭਾਅ ਜੀ ਆਏ ਤੇ ਅਸੀਂ ਦਿੱਤੇ ਸੁਣਾ। ਬਿਲਕੁਲ। ਡਾਕਟਰ ਸਾਹਿਬ ਨਾਲ ਗੱਲਬਾਤ ਕਰਨੀ ਆ ਹੁਣ ਅਸੀਂ ਬਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਸਹੂਲਤਾਂ ਜੀ। ਠੀਕ ਆ ਕਿਸਾਨ ਵੀਰੋ ਤੇ ਭੈਣੋ, ਜੇ ਤੁਸੀਂ ਵੀ ਇਸ ਵਿਸ਼ੇ ਤੇ ਕੋਈ ਵੀ ਗੱਲਬਾਤ ਸਾਡੇ ਮਾਹਰ ਡਾਕਟਰ ਸਾਹਿਬ ਨਾਲ ਕਰਨੀ ਚਾਹੁੰਦੇ ਹੋ, ਸਾਨੂੰ ਟੈਲੀਫੋਨ ਕਰੋ। ਸਾਡਾ ਟੈਲੀਫੋਨ ਨੰਬਰ ਹੈ 0181 281 42 61 ਤੇ 0181 281 42 64। ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਟੈਲੀਫੋਨ ਕਰਕੇ ਤੁਸੀਂ ਆਪਣਾ ਸਵਾਲ ਰੱਖ ਸਕਦੇ ਆ ਜੀ। ਡਾਕਟਰ ਸਾਹਿਬ ਜੀ, ਗੱਲ ਕਰਦੇ ਆ ਵੀ ਇਸ ਵੇਲੇ ਮੌਜੂਦਾ ਹਾਲਾਤ 'ਚ ਸਾਡੇ ਕੋਲ ਹੈ ਝੋਨਾ, ਬਾਸਮਤੀ, ਕਪਾਹ,
ਮੱਕੀ, ਇਹਦੇ ਬਾਰੇ ਜੋ ਹਾਲਾਤ ਪੰਜਾਬ 'ਚ ਇਸ ਵੇਲੇ ਨੇ ਕਿੱਥੇ ਖੜੀ ਆ, ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ, ਮੈਂ ਸਾਰੇ ਪਹਿਲੇ ਤਾਂ ਕਿਸਾਨ ਵੀਰਾਂ ਦਾ ਬੜਾ ਹੀ ਸ਼ੁਕਰਗੁਜ਼ਾਰ ਹਾਂ ਕਿ ਜਿਸ ਢੰਗ ਨਾਲ ਖੇਤੀਬਾੜੀ ਵਿਭਾਗ ਵੱਲੋਂ ਸੁਨੇਹੇ ਦਿੰਦੇ ਜਾਂਦੇ ਰਹੇ ਹੈ ਜੀ। ਜਿੱਦਾਂ ਦੇਖੋ ਇਸ ਦੌਰ 'ਚ ਚੱਲ ਰਹੇ ਆ, ਕਰੋਨਾ ਦਾ ਸਮਾਂ, ਬਿਲਕੁਲ। ਔਰ ਬੜਾ ਇੱਕ ਚੈਲੰਜਿੰਗ ਸਮਾਂ, ਇਹ ਬੜਾ ਇੱਕ ਚੁਣੌਤੀ ਭਰਿਆ ਸਮਾਂ ਜੀ। ਜਿਹਦੇ ਵਿੱਚ ਕਿਸਾਨਾਂ ਨੇ ਹਰ ਕੰਮ ਬੜੀ ਸੂਝ-ਬੂਝ ਨਾਲ ਕੀਤਾ। ਪਹਿਲੇ ਚਾਹੇ ਕਣਕ ਸਾਂਭਣ ਦੀ ਗੱਲ ਹੋਏ, ਮੰਡੀਆਂ 'ਚ ਲਿਜਾਣ ਦੀ ਗੱਲ ਹੋਏ, ਜੀ, ਬੜੇ ਵਧੀਆ ਢੰਗ ਨਾਲ ਕਿਸਾਨ ਵੀਰਾਂ ਨੇ ਸਾਰੇ ਪੱਖ ਕੀਤੇ ਹੈ। ਜੀ। ਇਸੇ ਤਰ੍ਹਾਂ ਆਪਣੀ ਫਸਲ ਵੀ ਬੜੇ ਵਧੀਆ ਢੰਗ ਨਾਲ ਬੀਜ ਕੇ ਬੜੇ ਵਧੀਆ ਢੰਗ ਨਾਲ ਸਾਂਭੀ। ਜੀ। ਪਹਿਲੇ ਤਾਂ ਜਿੱਦਾਂ ਸਮੇਂ ਦੇ ਮੁਤਾਬਕ ਜੋ ਅਸੀਂ ਸੁਨੇਹੇ ਦਿੰਦੇ ਰਹੇ ਹਾਂ, ਦੇਖੋ ਅਸੀਂ ਇਸੇ ਪੱਖ ਤੋਂ ਕਿਸਾਨ ਵੀਰਾਂ ਨੂੰ ਕਹਿੰਦੇ ਰਹੇ ਹਾਂ ਵੀ ਆਪਣੇ ਇਸ ਢੰਗ ਨਾਲ ਕੰਮ ਕਰੋ ਵੀ ਆਪਣੇ ਖੇਤੀ ਖਰਚੇ ਘਟਾਉਣੇ ਹੈ ਜੀ, ਆਪਣੀ ਆਮਦਨ ਵਧਾਉਣ ਵਾਲੇ ਪਾਸੇ ਸੋਚਣਾ, ਔਰ ਉਹ ਫਸਲਾਂ ਲਾਉਣੀਆਂ ਨਾ ਜਿਹੜਾ ਸਾਡੇ ਕੁਦਰਤੀ ਸੋਮੇ, ਜਿਹੜੀਆਂ ਨਿਆਮਤਾਂ ਉਸ ਰੱਬ ਨੂੰ, ਉਸ ਕੁਦਰਤ ਨੂੰ ਬਖਸ਼ੀਆਂ ਹੋਈਆਂ ਸਾਨੂੰ, ਕੁਦਰਤੀ ਉਹਨਾਂ ਨੂੰ ਚੀਜ਼ਾਂ। ਸਾਂਭ ਕੇ ਰੱਖਣਾ। ਜੀ। ਚਾਹੇ ਉਹ ਪਾਣੀ ਹੈ, ਚਾਹੇ ਆਪਣੀ ਹਵਾ ਹੈ, ਜਾਂ ਮਿੱਟੀ ਦੀ ਸਿਹਤ ਹੈ। ਭਵਿੱਖ ਸਾਰਾ ਉਹਦੇ ਤੇ ਆ। ਭਵਿੱਖ ਸਾਰਾ ਉਹਦੇ ਤੇ ਹੈ ਜੀ। ਸਾਡੇ ਬੱਚਿਆਂ ਦਾ ਭਵਿੱਖ ਆ। ਦੇਖੋ ਨਾਲੇ ਸਾਰੇ ਹੀ ਉਹਦੇ ਅੰਸ਼ ਹੀ ਇੱਥੇ ਆ ਨਾ, ਛੋਟੇ ਛੋਟੇ ਰੂਪ ਚ। ਉਹਨੇ ਸਾਨੂੰ ਇੱਥੇ ਭੇਜਿਆ, ਸਾਰਾ ਕੁਝ ਐਡਾ ਵਧੀਆ ਕ੍ਰੀਏਟ ਕਰਕੇ ਵੀ ਜਾਓ, ਇਸ ਸਭ ਕੁਝ ਮੈਂ ਬਣਾਤਾ ਤੁਹਾਡੇ ਵਾਸਤੇ, ਭੇਜਤਾ ਹੈਗਾ ਸਾਰਾ ਕੁਝ, ਜਾ ਕੇ ਇਹਦਾ ਆਨੰਦ ਲਓ ਤੇ ਇਹਨੂੰ ਸਾਂਭੋ। ਨਾਲ ਡਿਊਟੀ ਹੈ ਸਾਂਭਣਾ, ਖਾਲੀ ਸਜਾ ਕੇ ਦਿੱਤੀ ਆ। ਇਸ ਕਰਕੇ ਸਾਂਭਣਾ ਉਹਨੂੰ ਬਹੁਤ ਜ਼ਰੂਰੀ ਹੈ। ਜੀ। ਔਰ ਉਸ ਪੱਖੋਂ ਅਸੀਂ ਕਹਿੰਦੇ ਰਹੇ ਵੀ ਸਾਨੂੰ ਲੋੜ ਹੈ ਇੱਥੇ ਆਪਣੇ ਝੋਨੇ ਦੇ ਰਕਬੇ ਨੂੰ ਘਟਾਉਣ ਦੀ। ਜਿਹੜਾ 2 ਸਾਲ ਪਹਿਲਾਂ 30,05,000 ਹੈਕਟੇਅਰ ਰਕਬਾ ਸੀਗਾ ਨਾ ਜੀ, ਅੱਜ ਸਾਡੇ ਵੀਰਾਂ ਨੇ 2 ਸਾਲਾਂ 'ਚ ਉਹਨੂੰ ਘਟਾ ਕੇ ਤੇ ਝੋਨਾ ਔਰ ਬਾਸਮਤੀ ਰਲਾ ਕੇ ਕਰੀਬ ਇਸ ਵੇਲੇ ਸਾਡੇ ਕੋਲ ਸਿਰਫ 27 ਲੱਖ ਤੇ 60,000 ਹੈਕਟੇਅਰ ਰਹਿ ਗਿਆ ਜੀ। ਕਾਫੀ ਜਿਹਦੇ 'ਚ ਅਸੀਂ ਸਾਡੀ ਹੋਰ ਇੱਕ ਰਾਜ ਨੂੰ ਬਖਸ਼ਿਆ ਜੀ, ਬਾਸਮਤੀ ਦੀ। ਸਾਡੀ ਬਾਸਮਤੀ ਦੀ ਅਸੀਂ ਕਹਿੰਦੇ ਆ ਨਾ, ਜੇ ਬਾਸਮਤੀ ਠੰਡ 'ਚ ਪੱਕੇ, ਜੇ ਠੰਡ 'ਚ ਪੱਕਦੀ ਹੈ ਤਾਂ ਇਹਦੀ ਨਾ ਖੁਸ਼ਬੂ ਬੜੀ ਡਿਵੈਲਪ ਹੁੰਦੀ ਜੀ। ਜੀ। ਉਸ ਜ਼ਿਆਦੇ ਠੰਡ ਪੱਕਣ ਵੇਲੇ ਸਾਡੇ ਰਾਜ 'ਚ ਹੀ ਹੁੰਦੀ ਹੈ ਜ਼ਿਆਦੇ, ਕਿਉਂਕਿ ਨੇੜੇ ਪਹਾੜ ਹੋਣ ਕਰਕੇ ਟੈਂਪਰੇਚਰ ਹੁਣ ਡਾਊਨ ਹੋ ਗਿਆ ਨਾ ਅਗਲੇ ਸਮੇਂ 'ਚ, ਹੁਣ ਪੱਕਣੀ ਹੈ ਤੇ ਸਾਡੀ ਅਰੋਮਾ ਵਧੀਆ ਬਣਦਾ, ਸਮੈਲ ਵਧੀਆ ਬਣਦੀ ਜੀ। ਔਰ ਸਾਡੀ ਬਾਸਮਤੀ ਦਾ ਜਿਹੜਾ ਰਕਬਾ 2 ਸਾਲ ਪਹਿਲੇ 5,11,000 ਹੈਕਟੇਅਰ ਸੀਗਾ, ਅੱਜ 6,60,000 ਹੈਕਟੇਅਰ ਹੈ। ਹਾਂ, ਬਿਲਕੁਲ ਸਹੀ ਗੱਲ ਹੈ ਜੀ। 6,60,000 ਹੈਕਟੇਅਰ ਬਾਸਮਤੀ ਹੋ ਗਈ ਤੇ ਝੋਨਾ ਸਾਡਾ ਜਿਹੜਾ ਸਿਰਫ ਕਰੀਬ 20.5 ਲੱਖ ਹੈਕਟੇਅਰ ਰਹਿ ਗਿਆ, 20,50,000 ਹੈਕਟੇਅਰ। ਚਲੋ ਕੋਈ ਗੱਲ ਨਹੀਂ ਜੀ, ਮਤਲਬ ਬੜੀ ਮਤਲਬ ਕਿਸਾਨ ਵੀਰਾਂ ਨੇ ਸਹਿਯੋਗ ਦਿੱਤਾ। ਔਰ ਇਦਾਂ ਹੀ ਕਾਟਨ ਦਾ ਵੀ ਦੇਖੋ ਨਾ, ਇੱਕ ਕਪਾਹ ਦਾ ਇੱਕ ਏਰੀਆ ਕੁਦਰਤ ਨਾਲ ਅਸੀਂ ਕੋਈ ਸੁਨੇਹਾ ਦਿੱਤਾ ਵੀ ਕੁਦਰਤ ਨਾਲ ਇੱਕ ਸੁਰਤਾ ਬਣਾ ਕੇ ਖੇਤੀ ਕਰਨ ਦੀ ਲੋੜ ਹੈ। ਕੁਦਰਤ ਦੇ ਐਂਟੀ ਚਲਾਂਗੇ ਤਾਂ ਸਾਡੇ ਖਰਚੇ ਵੀ ਵਧਣਗੇ ਤੇ ਉਹ ਜਿਹੜੀ ਫਸਲ ਜਿਹੜੇ ਏਰੀਏ ਨੂੰ ਉਹਨੇ ਬਖਸ਼ੀ ਹੋਇਆ, ਉਹਦੀ ਆਮਦਨ ਵੀ ਜ਼ਿਆਦਾ ਖਰਚ ਕਰਕੇ ਉਹ ਤੋਂ ਇਲਾਵਾ ਕੋਈ ਕਰਾਂਗੇ ਤਾਂ ਉਹਦੀ ਆਮਦਨ ਤੁਹਾਨੂੰ ਘੱਟ ਮਿਲੂਗੀ। ਆਮਦਨ ਤਾਂ ਖਰਚਿਆਂ ਨਾਲ ਹੋਣੀ ਹੈ ਨਾ। ਬਿਲਕੁਲ, ਖਰਚਾ ਵੱਧ ਗਿਆ, ਆਮਦਨ ਘੱਟ। ਹਾਂ, ਖਰਚਾ ਉਸ ਲਈ ਘਟਣਾ ਜਿਸ ਲਈ ਅਸੀਂ ਕੁਦਰਤ ਨਾਲ ਇੱਕ ਸੁਰਤਾ ਬਣਾਵਾਂਗੇ ਤੇ ਵੱਧ ਤੋਂ ਵੱਧ ਕਾਟਨ ਚ ਏਰੀਆ ਲਿਆਓ। ਜਿਹੜਾ 2,68,000 ਹੈਕਟੇਅਰ ਰਕਬਾ ਸੀਗਾ 2 ਸਾਲ ਪਹਿਲਾਂ, ਅੱਜ 5,01,000 ਹੈਕਟੇਅਰ ਹੋ ਗਿਆ। ਔਰ ਲਗਾਤਾਰ ਝਾੜ ਵੀ ਵੱਧਦਾ। ਪਿਛਲੇ ਸਾਲ 35% ਝਾੜ ਜ਼ਿਆਦਾ ਹੋਇਆ ਸੀ। 2,68,000 ਤੋਂ 3,92 ਕੀਤਾ ਹੀ ਕਿਸਾਨਾਂ ਨੇ ਰਕਬਾ, 3,92,000 ਹੈਕਟੇਅਰ। ਅੱਜ ਇਸ ਸਾਲ ਵਧਾ ਕੇ 5,01,000 ਹੈਕਟੇਅਰ ਕੀਤਾ। ਤੇ ਇਸ ਕਰਕੇ ਇਸੇ ਤਰ੍ਹਾਂ ਮੱਕੀ 'ਚ ਵੀ ਰਕਬਾ ਜਿਹੜਾ 1,08,000 ਹੈਕਟੇਅਰ ਸੀਗਾ 2 ਸਾਲ ਪਹਿਲਾਂ, ਕਿਸਾਨਾਂ ਨੇ ਸਮੇਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਮਹਿਕਮੇ ਦੇ ਸੁਨੇਹਿਆਂ ਦੇ ਮੁਤਾਬਕ ਉਹ 2,45,000 ਹੈਕਟੇਅਰ। ਵਾਹ ਜੀ, ਉਧਰ ਹੀ ਕਾਫੀ ਵੱਧ ਗਿਆ। ਅੱਛਾ, ਫਿਰ ਅਸੀਂ ਕਹਿੰਦੇ ਰਹੇ ਵੀ ਜਿਹੜੀ ਹੈ ਨਾ DSR ਡਾਇਰੈਕਟ ਸੋਇੰਗ ਝੋਨੇ ਦੀ ਕਰੋ, ਕੱਦੂ ਨਾ ਕਰੋ। ਝੋਨੇ ਦੀ ਕੱਦੂ ਲਗਾਤਾਰ ਕਰਾਂਗੇ, ਲਗਾਤਾਰ 15-20 ਦਿਨ ਤਾਂ ਪਾਣੀ ਖੜਾ ਕਰਨਾ ਪੈਂਦਾ। ਬਿਲਕੁਲ ਹੈ ਨਾ ਜੀ। ਉਹ ਤੋਂ ਬਾਅਦ ਫਿਰ ਅਸੀਂ ਪੜੇ ਤੇ ਤੁਸੀਂ ਜਿੱਦਾਂ ਆਮ ਫਸਲਾਂ ਬੀਜਦੇ ਹੋ, ਝੋਨੇ ਨੂੰ ਵੀ ਉਸ ਪਾਸੇ ਲਿਜਾਓ। ਜੀ ਬਿਲਕੁਲ। ਡਾਕਟਰ ਸਾਹਿਬ ਇੱਕ ਫੋਨ ਆਇਆ, 5.5 ਲੱਖ ਹੈਕਟੇਅਰ ਰਕਬਾ ਦੇ ਕਰ ਜੀ। ਡਾਕਟਰ ਸਾਹਿਬ ਇੱਕ ਟੈਲੀਫੋਨ ਆਇਆ ਸਾਡੇ ਕੋਲ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਜੀ? ਮੈਂ ਜੀ ਪਾਰ ਸਿੰਘ ਬੋਲਦਾ ਜੀ, ਕਰਤਾਰਪੁਰ ਤੋਂ ਸਾਹਮਣੇ ਪਿੰਡ ਤੋਂ। ਅੱਛਾ, ਕੀ ਸਵਾਲ ਕੀ ਹੈ ਜੀ ਤੁਹਾਡਾ? ਸਵਾਲ ਇਹ ਆ ਵੀ ਇਹ ਡਾਕਟਰ ਸਾਹਿਬ ਜੋ ਗੱਲ ਕਰਨ ਰਹੇ ਆ ਤੇ ਇਸ ਮੌਸਮ ਦੇ ਵਿੱਚ ਬਾਸਮਤੀ ਲਾਓ, ਪੂਰੀ ਖੁਸ਼ਬੂ ਆ ਰਹੀ ਆ, ਉਹਨੂੰ ਇਹ ਦੱਸੋ ਵੀ ਇਸ ਮੌਸਮ ਤੇ ਲਾ ਕੇ ਸਾਨੂੰ ਭਾਅ ਦੀ ਬਾਸਮਤੀ ਦਾ
ਡਾਕਟਰ ਸਾਹਿਬ ਮੈਨੂੰ ਲੱਗਦਾ ਵੀ ਇਹਨਾਂ ਨੇ ਥੋੜਾ ਮੁਕਾਲਤਾ ਲੱਗਾ ਇਹਨਾਂ ਨੂੰ, ਇਹ ਨਹੀਂ ਕਿਹਾ ਤੁਸੀਂ ਵੀ ਇਸ ਮੌਸਮ 'ਚ ਲਾਓ। ਨਹੀਂ ਹੈ ਮੈਂ ਕਿਹਾ ਵੀ ਬਾਸਮਤੀ ਜੇ ਸਾਡੀ ਬਰਾਜ ਵਾਸਤੇ ਇਹ ਜੀ ਵਧੀਆ ਜੀ ਫਸਲ ਹੈ, ਸਾਨੂੰ ਇਹ ਦੇਣ ਆ ਵੀ ਸਾਡੇ ਨੇੜੇ ਪਹਾੜੀ ਏਰੀਆ ਨਾ, ਤੇ ਜਿੱਦਾਂ ਸਾਡੇ ਮੇਨ ਬਾਸਮਤੀ ਦੇ ਏਰੀਏ, ਜਿੱਦਾਂ ਬਾਸਮਤੀ ਦਾ ਸਾਡੇ ਗੁਰਦਾਸਪੁਰ ਬੈਲਟ ਹੈ, ਹਾਂਜੀ, ਸਾਡੀ ਆ ਅੰਮ੍ਰਿਤਸਰ ਹੈ, ਤਰਨਤਾਰਨ ਹੈ, ਹੁਸ਼ਿਆਰਪੁਰ ਹੈ, ਜਲੰਧਰ ਵੀ ਹੈ ਬਾਸਮਤੀ ਜੀ ਸਾਡੀ ਪੱਕਣ ਵੇਲੇ ਟੈਂਪਰੇਚਰ ਘਟਦਾ ਜੀ 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 ਘੱਟ ਹੁੰਦਾ। ਹੁਣ ਮਹੀਨਾ ਅਕਤੂਬਰ ਚ ਆ ਗਿਆ, ਟੈਂਪਰੇਚਰ ਘਟ ਜਾਣਾ ਹਾਂਜੀ। ਤਾਂ ਇਸ ਜੇ ਮੌਸਮ ਚ ਸਾਡੀ ਖੁਸ਼ਬੂ ਜ਼ਿਆਦਾ ਬਣਦੀ ਹੈ। ਜ਼ਿਆਦਾ ਇਹ ਗੱਲ ਕਰ ਰਿਹਾ ਰੇਟ ਦੀ ਜੀ ਬਾਸਮਤੀ। ਦੇਖੋ ਸਮਾਂ ਮਿਆਰ ਦਾ, ਹਾਂ ਜੇ ਅਸੀਂ ਮਿਆਰੀ ਚੀਜ਼ ਪੈਦਾ ਕਰਾਂਗੇ ਤੇ ਸਾਨੂੰ ਰੇਟ ਚੰਗਾ ਮਿਲੇਗਾ, ਜੀ ਮਿਲਦਾ ਜੀ। ਉਸ ਪੱਖੋਂ ਅਸੀਂ ਕਿਸਾਨ ਵੀਰਾਂ ਨੂੰ ਸੁਨੇਹਾ ਦਿੱਤਾ ਸੀਗਾ ਵੀ ਤੁਸੀਂ ਇੱਕ 9 ਕਿਸਮ ਦੇ ਕੈਮੀਕਲ ਹੈ ਜਿਹੜੇ ਅਸੀਂ ਨਾ, ਬਾਸਮਤੀ ਸਾਡੀ ਬਹੁਤੀ ਐਕਸਪੋਰਟ ਹੁੰਦੀ ਹੈ, ਹਾਂ ਬਿਲਕੁਲ ਬਿਲਕੁਲ, ਅਸੀਂ ਬਾਹਰ ਭੇਜਦੇ ਹਾਂ, ਜੀ। ਅਰਬ ਕੰਟਰੀਜ਼ ਨੂੰ ਭੇਜਦੇ ਹਾਂ ਅਸੀਂ, ਜਿਹੜੀ ਬਾਕੀ ਬਾਹਰਲੇ ਇੰਗਲੈਂਡ ਭੇਜਦੇ, ਮਤਲਬ ਕਾਫੀ ਬਾਹਰਲੇ ਦੇਸ਼ਾਂ ਜਾਂਦੀ ਹੈ। ਉੱਥੇ ਦੇਖਿਆ ਜਾਂਦਾ ਕਿਸੇ ਕਿਸਮ ਦਾ ਕੋਈ ਜ਼ਹਿਰ ਦਾ ਅੰਸ਼ ਤਾਂ ਨਹੀਂ ਵਿੱਚ, ਕੋਈ ਪੈਸਟੀਸਾਈਡ ਦਾ ਅੰਸ਼ ਤਾਂ ਨਹੀਂ, ਕੋਈ ਇਹੋ ਜਿਹੇ ਜਿਹੜਾ ਰਹਿ ਜੇ। ਅਸੀਂ ਉਹ ਕੈਮੀਕਲ, ਉਹ ਸਪਰੇਆਂ ਜਿਨ੍ਹਾਂ ਦੇ ਕੋਈ ਅੰਸ਼ ਰਹਿ ਜਾਂਦੇ ਸੀਗੇ, ਉਹ ਕਿਸਾਨਾਂ ਨੂੰ ਜਵਾਬ ਦਿੱਤਾ ਵੀ ਉਹ ਨਹੀਂ ਸਪਰੇ ਕਰਨਾ, ਨਹੀਂ ਦੇਣਾ। ਕਿਸਾਨ ਵੀਰਾਂ ਨੇ ਉਹ 9 ਕੈਮੀਕਲ ਅਸੀਂ ਡੀਲਰਾਂ ਨੂੰ ਵੀ ਸਮਝਾਇਆ ਵੀ ਸਿਰਫ ਬਾਸਮਤੀ ਯਾਰ ਝੋਨੇ ਤੇ ਨਹੀਂ, ਉਹ ਕੀਤੀ ਸੀ ਜੀ ਅਸੀਂ ਇੱਕ ਦਿਨ ਗੱਲ, ਹਾਂ, ਤੇ ਕਿਸਾਨ ਵੀਰਾਂ ਨੇ ਨਹੀਂ ਵਰਤਿਆ ਜੀ, ਜਿਹਦੇ ਕਰਕੇ ਹੁਣ ਉਹਦਾ ਮਿਆਰ ਚੰਗਾ ਹੋਣਾ, ਤੇ ਸਾਡੀ ਜਿਸਲੇ ਉਹ ਉਪਜ ਬਾਹਰ ਜਾਣੀ ਹੈ ਉਹਦਾ ਸਾਨੂੰ ਰੇਟ ਵੀ ਚੰਗਾ ਹੀ ਮਿਲਣਾ, ਚੰਗਾ ਹੀ ਮਿਲਣਾ ਤੇਜਪਾਲ ਜੀ। ਇਸ ਕਰਕੇ ਸਮਾਂ ਮਿਆਰ ਦਾ ਧਿਆਨ ਰੱਖ ਕੇ ਜੇ ਕੰਮ ਕਰੀਏ ਬਿਲਕੁਲ ਤਾਂ ਬਹੁਤ ਵਧੀਆ। ਨਾਲੇ ਜੀ ਉਹ ਜਿਹੜੀ ਦੂਜੀ ਗੱਲ ਹੈ ਵੀ ਹੁਣ ਤਾਂ ਖੇਤੀ 'ਚ ਹੈ ਕਿ ਖੇਤੀ 'ਚ ਤਾਂ ਜੋ ਅਸੀਂ ਖਰਚਾ ਕਰਾਂਗੇ ਨਾ, ਉਹਦੇ ਖਰਚੇ ਨਾਲੋਂ ਪਹਿਲਾਂ ਸਾਨੂੰ ਆਪਣੀ ਆਮਦਨ ਸੋਚਣ ਦੀ ਲੋੜ ਹੈ ਜੀ ਬਿਲਕੁਲ। ਹੁਣ ਹੈ ਅਕਲ ਨਾਲ ਬਈਏ ਤੇ ਰੱਜ ਕੇ ਖਾਈਏ। ਪਹਿਲੇ ਅਸੀਂ ਕਹਿੰਦੇ ਹੁੰਦੇ ਸੀ ਨਾ ਦੱਬ ਕੇ ਬਾਅਦ ਰੱਜ ਕੇ ਖਾ, ਨਾ ਨਾ ਨਾ, ਹੁਣ ਹੈ ਅਕਲ ਨਾਲ ਬਾਅਦ ਰੱਜ ਕੇ, ਮਤਲਬ ਗਿਆਨ ਨਾਲ ਬਾਅਦ ਰੱਜ ਕੇ ਖਾ, ਤਕਨੀਕ ਨਾਲ ਬਾਅਦ ਤੇ ਰੱਜ ਕੇ ਖਾ, ਫੇਰ ਕਾਦੀ ਪਰਵਾਹ, ਫੇਰ ਕਾਦੀ ਪਰਵਾਹ। ਮਿੱਠਾ ਸਿੰਘ ਜੀ, ਮੈਂ ਜਿਹੜੀ ਅੱਜ ਡਾਕਟਰ ਸਾਹਿਬ ਨਾਲ ਗੱਲ ਕਰਨੀ ਆ ਨਾ, ਜੀ ਜੀ, ਉਹ ਡਾਕਟਰ ਸਾਹਿਬ ਤੁਸੀਂ ਹੁਣੇ ਇਹ ਗੱਲ ਕੀਤੀ ਆ ਵੀ ਗੈਰ ਕੁਦਰਤੀ ਖੇਤੀ ਨਹੀਂ ਕਰਨੀ, ਹਨਾ, ਤੇ ਕੁਦਰਤ ਦੇ ਨਾਲ ਮੇਲ ਕਰਕੇ ਆਪਾਂ ਖੇਤੀ ਕਰਨੀ ਆ। ਹੁਣ ਇਹ ਦੱਸੋ ਵੀ ਤੁਹਾਡਾ ਜਿਹੜਾ ਵਿਭਾਗ ਆ, ਉਹ ਵੀ ਜਿਹੜਾ ਕਿਸਾਨ ਆ ਉਹਦੇ ਨਾਲ ਮੇਲ ਕਰਕੇ, ਤਾਂ ਜਿੱਦਾਂ ਹੁਣ ਵਾਢੀ ਦਾ ਸਮਾਂ ਆ ਰਿਹਾ, ਬਿਲਕੁਲ ਤੇ ਬਿਲਕੁਲ, ਉਹਦੇ ਥੋੜਾ ਜਿਹਾ ਪ੍ਰਬੰਧਾਂ ਬਾਰੇ ਦੱਸੋ। ਤੇ ਦੂਜਾ ਇੱਕ ਗਲਤੀ ਅਸੀਂ ਹਰੇਕ ਬਹੁਤ ਪਿਛਲੇ ਸਾਲਾਂ ਤੋਂ ਕਰਦੇ ਆਂ ਵੀ ਅਸੀਂ ਉਹ ਪਰਾਲੀ ਨੂੰ ਅੱਗ ਲਾ ਲਈਦੀ ਆ, ਉਹਦੇ ਨਾਲ ਅਸੀਂ ਬਹੁਤ ਸਾਰਾ ਨੁਕਸਾਨ ਕਰ ਰਹੇ ਆ। ਉਹ ਵੀ ਦੱਸੋ ਵੀ ਉਹ ਪਰਾਲੀ ਦਾ ਜਿਹੜਾ ਪ੍ਰਬੰਧ ਆ ਉਹ ਤੁਸੀਂ ਕਿੱਦਾਂ ਕਰਦੇ? ਜੀ ਜੀ, ਸਰਕਾਰ ਪੱਧਰ ਤੇ ਪੂਰੇ ਉਪਰਾਲੇ ਕੀਤੇ ਜਾ ਰਹੇ ਆ ਜੀ, ਜਿਹੜੀਆਂ ਕਿਸ ਤਰ੍ਹਾਂ ਹੁਣ ਸਾਡੀ ਇੱਕ ਪਹਿਲੇ ਤਾਂ ਫਸਲ ਤਿਆਰ ਹੈ। ਪਿਛਲਾ ਤੁਸੀਂ ਸਮਾਂ ਦੇਖੋ, ਉਦੋਂ ਵੀ ਇਹੀ ਸਮਾਂ ਸੀਗਾ ਕੋਵਿਡ ਦਾ, ਜਿਸ ਲਈ ਅਸੀਂ ਕਣਕ ਸਾਂਭੀ ਹੈ ਜੀ, ਤੇ ਅਸੀਂ ਕਿਸਾਨ ਵੀਰਾਂ ਨੂੰ ਜਾ ਕੇ, ਮੈਂ ਵੀ ਕਾਫੀ ਪਿੰਡਾਂ 'ਚ ਗਿਆ, ਉਦੋਂ ਮਿਲਦਾ ਰਿਹਾ ਕਿਸਾਨ ਵੀਰਾਂ ਨੂੰ। ਮੇਰੇ ਸਾਡੇ ਵਿਭਾਗ ਦੇ ਵੀ ਸਾਰੇ ਜਿਹੜੇ ਸਾਡੇ ਸਾਥੀ ਹੈ, ਉਹ ਕਿਸਾਨਾਂ ਨਾਲ ਪੂਰਾ ਸੰਪਰਕ ਜਾਂਦੇ ਵੀ ਰਹੇ। ਜੀ, ਅਸੀਂ ਕਿਸਾਨਾਂ ਨੂੰ ਪਹਿਲੇ ਇਹੀ ਜਾਗਰੂਕ ਕਰਦੇ ਰਹੇ ਵੀ ਆਪਣੀ ਸਿਹਤ ਦਾ ਨਾਲ ਧਿਆਨ ਰੱਖਣਾ। ਜੀ ਜੀ, ਦੇਖੋ ਫਸਲ ਵੀ ਲੈ ਕੇ ਜਾਣੀ ਹੈ, ਆਹ, ਔਰ ਉੱਥੇ ਜਾ ਕੇ ਪੂਰਾ ਇੱਕ ਦੂਜੇ ਤੋਂ ਫਰਕ ਜਿੱਦਾਂ ਅਸੀਂ ਕਹਿੰਦੇ ਆ ਉਹ ਵੀ ਰੱਖਣਾ, ਡਿਸਟੈਂਸ ਵੀ ਰੱਖਣਾ, ਸੋਸ਼ਲ ਡਿਸਟੈਂਸ ਵੀ ਰੱਖਣਾ, ਮਾਸਕ ਵੀ ਪਾਉਣਾ ਜੀ, ਆਪਣੇ ਹੱਥ ਵੀ ਸੈਨੀਟਾਈਜ਼ ਕਰਨੇ ਆ, ਬਕਾਇਦਾ ਪੂਰਾ ਸਫਾਈ ਦਾ ਧਿਆਨ ਰੱਖਣਾ। ਜੀ ਜੀ, ਇਹਦੇ ਤੋਂ ਇਲਾਵਾ ਕਾਹਲੀ ਨਹੀਂ ਕਰਨੀ, ਮਤਲਬ ਇੱਕ ਬੜੀ ਹੀ ਜਿੱਦਾਂ ਨਾ ਵੀ ਤਸੱਲੀ ਨਾਲ ਹਰ ਕੰਮ ਕਰਨਾ, ਆਹ, ਕਾਹਲੀ ਨਾਲ ਨਹੀਂ, ਪੂਰੇ ਜਿੱਦਾਂ ਜਿਹੜਾ ਪ੍ਰਬੰਧ ਜਿੱਦਾਂ ਦਾ ਸਿਸਟਮ ਬਣਾਇਆ ਤਾਂ ਕਿ ਮੰਡੀਆਂ 'ਚ ਭੀੜ ਨਾ ਲੱਗੇ। ਜੀ ਜੀ, ਕਿਸੇ ਬਾਰੀ ਸਰ ਮੰਡੀਆਂ ਦੀ ਗਿਣਤੀ ਵਧਾਤੀ ਗਈ ਹੈ, ਮੰਡੀਆਂ 'ਚ ਪੂਰੇ ਪ੍ਰਬੰਧ ਕਰ ਲਏ ਗਏ ਹਨ, ਜਿੱਦਾਂ ਪਿਛਲੀ ਵਾਰ ਕੋਈ ਸਮੱਸਿਆ ਨਹੀਂ ਨਾ, ਤੁਸੀਂ ਕਣਕ ਬਹੁਤ ਵਧੀਆ ਚੁਕਾਈ ਹੈ, ਐਤਕੀ ਵੀ ਕੋਈ ਸਮੱਸਿਆ ਬਹੁਤ ਵਧੀਆ, ਅਸੀਂ ਯਕੀਨ ਦਿਵਾਉਂਦੇ ਹਾਂ ਪੂਰੀਆਂ ਪ੍ਰਬੰਧ ਕੀਤੇ ਜਾ ਚੁੱਕੇ ਨੇ, ਰਾਜ ਪੱਧਰ ਤੇ ਵੀ, ਡੀਸੀ ਪੱਧਰ ਤੇ ਵੀ ਸਾਰੇ ਪ੍ਰਬੰਧ ਜਿਹੜੇ ਉਹ ਮੁਕੰਮਲ ਹੋ ਚੁੱਕੇ ਨੇ। ਠੀਕ ਹੈ ਜੀ, ਕਿਸੇ ਕਿਸਮ ਦੀ ਸਰਕਾਰ ਵੱਲੋਂ ਕੋਈ ਚਿੰਤਾ ਦੀ ਲੋੜ। ਇਸ ਤੋਂ ਇਲਾਵਾ ਜਿਹੜੀ ਦੂਸਰੀ ਮੈਂ ਗੱਲ ਕਰਦਾ ਪਰਾਲੀ ਸਾਂਭਣ ਦੀ, ਜੀ, ਦੇਖੋ ਉਹੀ ਗੱਲ ਜੁੜ ਜਾਂਦੀ ਹੈ ਵੀ ਖਰਚੇ ਘਟਾਉਣੇ, ਕੁਦਰਤੀ ਸੋਮੇ ਬਚਾਉਣੇ। ਜੀ ਜੀ, ਜਿਹੜੀ ਇਹ ਇੱਕ ਪਰਾਲਿਆ ਜਾਂ ਫਸਲਾਂ ਦੀ ਰਹਿੰਦ ਖੂੰਹਦ ਆ, ਜੇ ਇਹਨਾਂ ਨੂੰ ਅਸੀਂ ਜ਼ਮੀਨ 'ਚ ਮਿਲਾ ਲਈਏ ਤੇ ਉਹਦੇ ਨਾਲ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਜੀ, ਇੱਕ ਸਾਡਾ ਖਰਚਾ ਘਟ ਜਾਂਦਾ। ਦੇਖੋ ਨਾ, ਤੱਤ ਜਿਹੜੇ ਖੁਰਾਕੀ ਤੱਤ ਹੈ ਜ਼ਮੀਨ 'ਚ, ਜਿਹੜੇ ਅਸੀਂ ਬਾਹਰੋਂ ਪਾਉਣੇ ਆ, ਜਿਹੜੇ ਅਸੀਂ ਖਰੀਦ ਕੇ ਪਾਉਣੇ ਆ, ਉਹ ਜ਼ਮੀਨ 'ਚ ਮਿਲ ਜਾਂਦੇ ਆ। ਜੇ ਅਸੀਂ ਆਪਣੀ ਖੇਤੀ 'ਚ ਵਰਤਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਦਾ ਥੋੜਾ ਜਿਹਾ ਹਿਸਾਬ ਕਿਤਾਬ ਕਰੀਏ ਨਾ ਜੀ, ਜੀ ਜੀ, ਤਾਂ ਜਿਹੜਾ ਕਰੀਬ 50% ਖਰਚ ਸਾਡਾ ਖਾਦਾਂ ਦਾ ਹੁੰਦਾ।
ਹੁੰਦਾ ਜੀ ਹੁੰਦਾ। ਇਸ ਕਰਕੇ ਹਰ ਕੰਮ ਸੋਚ ਕੇ ਕਰਨਾ ਬੜਾ ਜ਼ਰੂਰੀ। ਬਿਲਕੁਲ। ਦੇਖੋ ਜੇ ਪਹਿਲੇ ਸੋਚਾਂਗੇ ਵੀ ਪਹਿਲੇ ਜਿਹੜੀ ਇਹ ਕੁਦਰਤ ਨੇ ਬਖਸ਼ਿਆ ਸਾਰਾ ਕੁਝ, ਪਹਿਲੇ ਇਹਨੂੰ ਮੈਂ ਜ਼ਮੀਨ 'ਚ ਵੜਾ ਲਾਂਗਾ। ਜੀ ਠੀਕ ਹੈ ਨਾ ਜੀ। ਜਿਹੜੀ ਵੀ ਕੋਈ ਸਹਾਇਤਾ, ਜਿਹੜੀ ਵੀ ਕੋਈ ਸਹੂਲਤ, ਜਿਹੜੀ ਵੀ ਕੋਈ ਕਿਸੇ ਦੀ ਸਪੋਰਟ ਲਈ ਜਾ ਸਕਦੀ ਹੈ ਲਵਾਂ। ਅਸੀਂ ਲਗਾਤਾਰ ਜੋ ਵੀ ਕੀਤਾ ਜਾ ਸਕਦਾ ਇਹਦੇ ਲਈ ਉਹ ਪੂਰੇ ਉਪਰਾਲੇ ਕੀਤੇ ਜਾ ਰਹੇ ਨੇ। ਜੀ ਹੁਣ ਪਿਛਲੀ ਵਾਰ ਦੇਖੋ ਅਸੀਂ 24,000 ਮਸ਼ੀਨ ਕਿਸਾਨਾਂ ਦੀ ਮੰਗ ਤੇ ਕਿਸਾਨਾਂ ਨੂੰ ਸਬਸਿਡੀ ਸਪਲਾਈ ਕੀਤੀ। ਉਹ ਤੋਂ ਪਿਛਲੇ ਸਾਲ 28,609 ਮਸ਼ੀਨਾਂ ਉਹ ਸਬਸਿਡੀ ਤੇ ਦਿੱਤੀਆਂ ਜੀ। ਹੁਣ ਐਤਕੀ ਵੀ 250 ਕਰੋੜ ਰੁਪਇਆ ਸਾਨੂੰ ਉਪਲਬਧ ਹੈ ਭਾਰਤ ਸਰਕਾਰ ਤੋਂ, ਔਰ ਕੁਝ ਸਾਡੇ ਕੋਲ ਪਿਛਲੇ ਪੈਸੇ ਵੀ ਹੈ, ਉਹ ਵੀ ਅਸੀਂ ਘਾਰੀ ਵੈਲੀਡੇਟ ਕਰਾ ਲਏ। ਮਤਲਬ ਕਹਿਣ ਦਾ ਭਾਵ ਐਤਕੀ ਵੀ ਸਾਡਾ 24,000 ਮਸ਼ੀਨਾਂ ਦੇਣ ਦਾ ਪੂਰਾ ਪ੍ਰੋਗਰਾਮ ਹੈ। ਡਾਕਟਰ ਸਾਹਿਬ ਕਹਿੰਦੇ ਵੀ ਚੱਜ ਦਾ ਖਾਓ, ਦਵਾਈਆਂ ਨਾ ਖਾਣੀਆਂ ਪੈਣ, ਇੱਥੇ ਜ਼ਮੀਨ ਨੂੰ ਰੱਖੋ। ਦੇਖੋ ਇਹਦੇ ਨਾਲ ਅਸੀਂ ਖਰਚਾ ਵੀ ਘਟਾ ਲਾਂਗੇ, ਇੱਕ ਜ਼ਮੀਨ ਦੀ ਸਿਹਤ ਬਣੂ। ਦੇਖੋ ਪਿਛਲੇ ਸਾਲ ਮੈਂ ਦੱਸਾਂ ਕਿਸਾਨ ਵੀਰਾਂ ਨੂੰ ਅਸੀਂ ਕਹਿੰਦੇ ਆ, ਜੇ ਤੁਸੀਂ ਇਹ ਬਣਾ ਲਓਗੇ, ਪਿਛਲੇ ਸਾਲ ਸਾਡੀ 38,000 ਮੀਟ੍ਰਿਕ ਟਨ ਘੱਟ ਡਾਇਆ ਯੂਜ਼ ਹੋਇਆ। ਪਿਛਲੇ ਸਾਲ 1 ਲੱਖ ਮੀਟ੍ਰਿਕ ਟਨ ਯੂਰੀਆ ਘੱਟ ਵਰਤੋਂ ਹੋਈ। ਬਿਲਕੁਲ ਉਹ ਸਿਰਫ ਇਹੀ ਹੈ ਵੀ ਲੋਕਾਂ ਨੇ, ਕਾਫੀ ਕਿਸਾਨਾਂ ਨੇ ਜਾਗਰੂਕ ਹੋਏ ਆ। ਹਾਂ, ਵਿੱਚ ਮਾਰ ਲਿਆ ਟੈਲੀਫੋਨ ਆਇਆ ਜੀ, ਇੱਕ ਆਪਾਂ ਸੁਣ ਲਈਏ ਜੀ। ਹੈਲੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਜੀ? ਅਸੀਂ ਮਲੇਰਕੋਟ ਦੇ ਲਾਗੇ ਪਿੰਡ ਪੁਰਜ ਕਮਲਜੀਤ ਸਿੰਘ ਬੋਲਦੇ। ਅੱਛਾ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਵਾਲ ਹੈਗਾ ਜੀ ਸਾਡਾ, ਜਿਹੜੀ ਆਪਾਂ ਝੋਨਾ ਤੁਸੀਂ ਕਹਿੰਦੇ ਵੀ ਸਿੱਧੀ ਬਿਜਾਈ ਕਰੋ, ਕਾਲੀ 'ਚ ਅੱਗ ਨਾ ਲਾਓ, ਉਹਦੇ ਬਾਰੇ ਫਿਰ ਕਹਿੰਦੇ ਇੱਥੇ ਆਪਣੇ ਤਾਂ ਜ਼ਿਆਦਾਤਰ ਤਾਂ ਬਾਗ ਹੀ ਬੀਜਦੇ ਜੀ, ਜਾਂ ਰੂਟਾਵੇਟਰ ਨਾਲ ਲਿੰਦ ਫੂਕ ਕੇ ਉੱਪਰ ਉਸ ਜਿਹੜਾ ਹੁੰਦਾ ਉੱਪਰ ਲਾਓ ਫੂਕ ਕੇ ਰੂਟਾਵੇਟਰ ਨਾਲ ਬੀਜਦੇ ਆ। ਸਿੱਧੀ ਬਿਜਾਈ ਹੁੰਦੀ ਆ ਘੱਟ, ਚੂਹਾ ਚਾਹਾ ਵੱਧ ਪੈਣ ਦਾ ਹੁੰਦਾ ਜੀ, ਬਸ ਹੋਰ ਕੋਈ ਨਹੀਂ। ਠੀਕ ਹੈ ਜੀ। ਹਾਂਜੀ ਡਾਕਟਰ ਸਾਹਿਬ। ਦੇਖੋ ਇਹ ਜਿਹੜੀ ਗੱਲ ਕਰਦੇ ਨਾ, ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਸਿੱਧੀ ਬਿਜਾਈ ਦੀ ਗੱਲ ਆ, ਦੇਖੋ ਸਿੱਧੀ ਬਿਜਾਈ ਵੇਲੇ ਪਹਿਲੇ ਸਮੱਸਿਆਵਾਂ ਸੀਗੀਆਂ। ਜਦੋਂ ਅਸੀਂ ਸ਼ੁਰੂਆਤ ਕੀਤੀ ਸੀਗੀ, ਮੈਨੂੰ ਯਾਦ ਹੈ ਅਸੀਂ 4-5 ਮੈਂ ਮੁੱਖ ਖੇਤੀਬਾੜੀ ਅਫਸਰ ਤਾਂ ਜ਼ਿਆਦਾ ਸੀ ਕਪੂਰਥਲੇ, ਤੇ ਅਸੀਂ ਉੱਥੇ ਜ਼ੀਰੋ ਟਿਲ ਡਰਿਲ ਨਾਲ ਸਿੱਧੀ, ਜਿਸਲੇ ਝੋਨਾ ਵੱਢਿਆ ਨਾ, ਖੜੇ ਝੋਨੇ 'ਚ ਅਸੀਂ ਮੁੰਡਾ 'ਚ ਬੀਜ ਦੇਈਦੀ ਸੀ। ਜੀ। ਉਸਲੇ ਫਿਰ ਇਹੋ ਜਿਹੀਆਂ ਸਮੱਸਿਆਵਾਂ, ਉਸਲੇ ਸਾਡੇ ਕੋਲ ਇਹੋ ਜਿਹੇ ਨਾ ਨਦੀਨ ਨਾਸ਼ਕ ਨਹੀਂ ਸੀ। ਹੁਣ ਉਸ ਤਕਨੀਕੀ ਪੱਖਾਂ ਤੋਂ ਇੰਨੀ ਕੁ ਰਿਸਰਚ ਹੋ ਗਈ, ਇੰਨੀ ਖੋਜ ਹੋ ਗਈ, ਇਹੋ ਜਿਹੀ ਕੋਈ ਸਮੱਸਿਆ ਨਹੀਂ ਰਹੀ। ਅਸੀਂ ਨਾਲ ਦੀ ਨਾਲ ਹੀ ਪ੍ਰੋਪਰ ਦਵਾਈਆਂ ਉਪਲਬਧ ਹੁੰਦੀਆਂ। ਜੇ ਅਸੀਂ ਉਹਨਾਂ ਨੂੰ ਤਕਨੀਕੀ, ਅਸੀਂ ਤਾਂ ਇੱਕ ਤਾਂ ਕਹਿੰਦੇ ਸਿੱਧੀ ਬਿਜਾਈ ਕਰੋ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ 'ਚ, ਠੀਕ, ਫਿਰ ਜਿਸਲੇ ਕਰੋ ਨਾਲ ਦੀ ਨਾਲ ਹੀ ਜਿਹੜੀ ਨਦੀਨਨਾਸ਼ਕ ਦਵਾਈਆਂ ਉਹ ਨਾਲ ਦੀ ਨਾਲ ਵਰਤੋ, ਫਿਰ ਕੋਈ ਸਮੱਸਿਆ ਨਹੀਂ ਆਉਂਦੀ। ਅੱਛਾ ਡਾਕਟਰ ਸਾਹਿਬ, ਗੱਲ ਇਹ ਆ ਕਿ ਤਕਨੀਕ ਨਾਲ ਹਰ ਕੰਮ ਕਰਨਾ। ਬਿਲਕੁਲ। ਗਾਂ ਹਾੜੀ। ਅੱਛਾ, ਦੂਸਰੀ ਗੱਲ ਇਹਨਾਂ ਨੇ ਹੋਰ ਦੱਸੀ ਹੈ ਸਿੱਧੀ ਬਿਜਾਈ ਤੇ ਪਰਾਲ ਸਾਂਭਣ ਦੇ ਐਂਗਲ ਤੋਂ ਜੀ, ਉਹਦੇ ਪੱਖੋਂ ਅਸੀਂ ਇਹੀ ਕਹੇ ਵੀ ਜਿਹੜੀ ਮਸ਼ੀਨ ਦੀ ਲੋੜ ਹੈ ਉਹ ਮਸ਼ੀਨਾਂ ਜ਼ਿਮੀਂਦਾਰੀ ਦੀਆਂ ਲੋੜਾਂ ਮੁਤਾਬਕ ਪੂਰੀਆਂ ਮੁਹੱਈਆ ਕਰੀਆਂ ਜਾ ਰਹੀਆਂ। ਬਹੁਤ ਵਧੀਆ ਗੱਲ ਹੈ ਜੀ। ਅੱਛਾ, ਹਾੜੀ 'ਚ ਹੁਣ ਗਾਂ ਬੀਜਾਂ ਦੀ ਲੋੜ ਪੈਣੀ ਹੈ, ਉਹਦੇ ਵੱਲੋਂ ਤੁਹਾਡੇ ਵਿਭਾਗ ਵੱਲੋਂ ਬੀਜ ਪ੍ਰਬੰਧ ਕਿੱਦਾਂ ਦਾ ਆ? ਦੇਖੋ ਅਸੀਂ ਇੱਕ ਤਾਂ ਕਿਸੇ ਪੱਖੋਂ ਵੀ ਕੋਈ ਪ੍ਰਬੰਧ 'ਚ ਕੋਈ ਕਮੀ ਨਹੀਂ ਹੈ ਜੀ। ਚਾਹੇ ਲੋੜ ਮੁਤਾਬਕ ਖਾਦਾਂ ਦਾ ਪ੍ਰਬੰਧ ਹੋਏ, ਲੋੜ ਮੁਤਾਬਕ ਬੀਜਾਂ ਦਾ ਪ੍ਰਬੰਧ ਹੋਏ ਜੀ, ਉਹ ਲੋੜ ਮੁਤਾਬਕ ਅਸੀਂ ਸਾਰੇ ਪ੍ਰਬੰਧ ਕਰ ਲਏ। ਹਾਂਜੀ, ਇਸ ਵੇਲੇ ਸਾਡੇ ਕੋਲ ਅਲੱਗ-ਅਲੱਗ ਜਿਹੜੇ ਸਾਡੇ ਪ੍ਰੋਡਿਊਸਰ ਹੈ, ਜਿਹੜੇ ਬੀਜ ਉਤਪਾਦਨ ਦਾ ਕੰਮ ਕਰਦੇ ਆ, ਕੋਈ ਸੰਸਥਾਵਾਂ ਕਰਦੀਆਂ, ਨੈਸ਼ਨਲ ਸੀਡ ਕਾਰਪੋਰੇਸ਼ਨ ਹੈ, ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਹੈ। ਹਾਂਜੀ, ਇਸ ਤੋਂ ਬਾਅਦ ਉਹ ਸਾਡੇ NSC ਵਾਲੇ ਵੀ ਪ੍ਰੋਡਕਸ਼ਨ ਕਰਾਉਂਦੇ ਆ, NFL ਵਾਲੇ ਵੀ ਸੀਡ ਪ੍ਰੋਡਕਸ਼ਨ ਕਰਾਉਂਦੇ ਆ, ਇਫਕੋ ਵਾਲੇ ਵੀ ਕਰਾਉਂਦੇ ਆ, ਔਰ ਸਾਡੇ ਸੀਡ ਪ੍ਰੋਡਿਊਸਰ ਬੜੇ ਇੱਕ ਸਿਆਣੇ ਵੀ ਹੈਗੇ ਆ। ਪਾ ਲਾ ਕੇ 16 ਲੱਖ ਕੁਆਂਟਲ ਦੇ ਕਰੀਬ ਸਾਡੇ ਕੋਲ ਬੀਜ ਉਪਲਬਧ ਹੈ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਇੱਕ ਹੋਰ ਚੀਜ਼ ਮੈਨੂੰ ਦੱਸ ਦਿਓ ਵੀ ਆ ਖਾਦਾਂ ਤੇ ਦਵਾਈਆਂ, ਇਹਨਾਂ ਦਾ ਵੀ ਪ੍ਰਬੰਧ ਹੈਗਾ ਪੂਰਾ? ਹਾਂ, ਪੂਰਾ ਪ੍ਰਬੰਧ, ਪੂਰਾ ਪਹਿਲੇ ਅਗਾਊ ਪ੍ਰਬੰਧ ਕਰ ਲਈਦੇ ਜੀ ਸਾਰੇ, ਤਾਂ ਕਿ ਕਿਸੇ ਕਿਸਮ ਦੀ ਕੋਈ ਔਕੜ ਨਾ ਆਏ। ਲਿਆ ਕੇ ਪਹਿਲੇ ਤੁਸੀਂ ਦੇਖਿਆ ਹੋਣਾ ਪਿੰਡਾਂ 'ਚ ਆਪਣੀਆਂ ਸੁਸਾਇਟੀਆਂ 'ਚ ਰੱਖ ਲਈਦਾ ਐਡਵਾਂਸ ਜੀ, ਤਾਂ ਕਿ ਸੁਸਾਇਟੀਆਂ 'ਚ ਕੋਈ ਲੋੜ ਵੇਲੇ ਇਹ ਕਿਸਾਨਾਂ ਨੂੰ ਪੂਰਾ ਚੀਜ਼ ਮੁਹੱਈਆ ਹੋਵੇ, ਸਮੇਂ ਤੇ ਮਿਲੇ। ਕਿਉਂਕਿ ਦੇਖੋ ਡਾਕਟਰ ਸਾਹਿਬ, ਜਦੋਂ ਇਹ ਬਿਮਾਰੀ ਐਗਰੀ ਖੇਤੀਬਾੜੀ 'ਚ ਸਾਰਿਆਂ ਨਾਲੋਂ ਜ਼ਰੂਰੀ ਹੈ ਹਰ ਚੀਜ਼ ਸਮੇਂ ਤੇ। ਜੀ ਕਹਿੰਦੇ ਹੁੰਦੇ ਆ ਵੀ ਜਿਹੜਾ ਲਫ਼ਜ਼ ਹੈ ਅੰਗਰੇਜ਼ੀ 'ਚ ਕਹੀਏ ਵੀ ਖੇਤੀਬਾੜੀ 'ਚ ਟੂਮਾਰੋ ਇਜ਼ ਟੂ ਲੇਟ। ਕੱਲ ਖੇਤੀਬਾੜੀ 'ਚ ਨਹੀਂ ਚੱਲਦਾ, ਦੂਰ ਹੈ। ਸਮੇਂ ਦਾ ਕੰਮ ਚਾਹੀਦਾ,
ਹਾਂ ਸਮੇਂ ਦਾ ਕੰਮ ਤੇ ਕਵੇਲੇ ਕੇਲੇ ਦੀਆਂ ਦੀਆਂ ਟੱਕਰਾਂ ਬਿਲਕੁਲ ਸਹੀ ਗੱਲ ਆ ਕਵੇਲੇ ਦੀਆਂ ਟੱਕਰਾਂ। ਨਾਲੇ ਡਾਕਟਰ ਸਾਹਿਬ ਗੱਲ ਇਹ ਆ ਵੀ ਜਦੋਂ ਇਹ ਬਿਮਾਰੀ ਦੀ ਸ਼ੁਰੂਆਤ ਹੋਈ ਸੀ ਨਾ, ਉਦੋਂ ਨਾ ਤੁਹਾਨੂੰ ਪਤਾ ਸੀ ਨਾ ਹੋਰ ਕਿਸੇ ਨੂੰ ਪਤਾ। ਬਿਲਕੁਲ। ਉਦੋਂ ਕਰਫਿਊ ਲੱਗਣ ਨਾਲ ਆਵਾਜਾਈ ਦੇ ਸਾਧਨ ਵੀ ਸਾਡੇ ਬੰਦ ਸੀ। ਉਦੋਂ ਸ਼ੁਰੂ ਤੋਂ ਸਮੱਸਿਆਵਾਂ ਆਈਆਂ ਜ਼ਰੂਰ ਆ, ਪਰ ਹੁਣ ਤੁਸੀਂ ਜਿਵੇਂ ਦੱਸਿਆ ਆ ਸਾਨੂੰ ਕਿ ਪੂਰਾ ਪ੍ਰਬੰਧ ਆ, ਬੀਜ ਪ੍ਰਬੰਧ ਤੁਹਾਡੇ ਕੋਲ ਪੂਰਾ ਆ, ਖਾਦਾਂ ਦਾ ਪ੍ਰਬੰਧ ਪੂਰਾ ਆ, ਦਵਾਈਆਂ ਦਾ ਪ੍ਰਬੰਧ ਪੂਰਾ ਆ, ਔਰ ਜੇ ਕਿਸੇ ਨੂੰ ਹੋਰ ਕੋਈ ਮੁਗਾਲਤਾ ਹੈ ਤੇ ਉਹ ਖੇਤੀਬਾੜੀ ਦਫ਼ਤਰ ਹਰ ਖੇਤੀਬਾੜੀ ਦਫ਼ਤਰ ਹੈ ਜੀ, ਸਾਡੇ ਖੇਤੀਬਾੜੀ ਦਫ਼ਤਰ ਤੇ ਖੇਤੀਬਾੜੀ ਦੇ ਜਿਹੜੇ ਤੁਹਾਡੇ ਮਤਲਬ ਬੰਜੇ ਆ ਉਹ ਜਾਂਦੇ ਰਹਿੰਦੇ ਆ ਜਾਂਦੇ ਆ ਜੀ ਪੂਰੇ ਐਸੇ। ਦੇਖੋ ਜੀ ਜੇ ਚਾਹੇ ਜਿਹੜੀ ਜਿੱਦਾਂ ਮਰਜ਼ੀ ਸਥਿਤੀ ਸੀਗੀ ਜੀ, ਪਰ ਇੱਕ ਸਾਡੇ ਖੇਤੀਬਾੜੀ ਵਿਭਾਗ ਦੇ ਬੰਦੇ ਦਫ਼ਤਰ ਨਹੀਂ ਬੈਠੇ, ਬਾਹਰ ਕਿਸਾਨਾਂ ਨੂੰ ਮਿਲਦੇ ਨੇ। ਜੀ 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 ਬਿਲਕੁਲ ਸਹੀ। ਔਰ ਮੈਂ ਖੁਦ ਵੀ ਹਰ ਸ਼ਨੀ ਐਤਵਾਰ ਹੋਰ ਜੋ ਜਿਤਨੇ ਵੀ ਹੈ ਜਿਤਨੇ ਕਿਸਾਨਾਂ ਨਾਲ ਮਿਲਦੇ ਰਹੀਦਾ। ਬਿਲਕੁਲ ਬਿਲਕੁਲ। ਸੋ ਬਿਲਕੁਲ ਗੱਲ ਸਹੀ ਆ ਡਾਕਟਰ ਸਾਹਿਬ, ਬਹੁਤ ਤੁਸੀਂ ਤਫਸੀਲ ਨਾਲ ਸਾਨੂੰ ਜਾਣਕਾਰੀ ਦਿੱਤੀ ਆ। ਤੇ ਇੱਕ ਤਫਸੀਲ ਨਾਲ ਜਾਣਕਾਰੀ ਸਾਡੇ ਕੋਲ ਹੋਰ ਆਈ ਆ, ਮੌਸਮ ਦੀ ਜਾਣਕਾਰੀ ਹੋਣੀ। ਪਹਿਲੇ ਤਾਪਮਾਨ ਦੱਸ ਦਈਏ। ਚੰਡੀਗੜ੍ਹ ਵੱਧ ਤੋਂ ਵੱਧ 35.1 ਡਿਗਰੀ ਸੈਲਸੀਅਸ ਰਿਹਾ ਜੀ, ਘੱਟ ਤੋਂ ਘੱਟ 27.5 ਜੀ। ਅੰਮ੍ਰਿਤਸਰ ਚ 35.8 ਤੇ 27.6 ਜੀ। ਲੁਧਿਆਣੇ ਵੱਧ ਤੋਂ ਵੱਧ 35.7 ਤੇ ਘੱਟ ਤੋਂ ਘੱਟ 28.4। ਠੀਕ ਆ ਜੀ। ਪਟਿਆਲੇ 36.7 ਤੇ 28.6। ਬਠਿੰਡੇ ਵੱਧ ਤੋਂ ਵੱਧ 37.2 ਤੇ ਘੱਟ ਤੋਂ ਘੱਟ 26.6। ਠੀਕ ਹੈ ਜੀ। ਫਰੀਦਕੋਟ ਵੱਧ ਤੋਂ ਵੱਧ 36.4 ਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਜੀ। ਥੋੜਾ ਜਿਹਾ ਹੁਮ ਵੀ ਘਟਾ ਦਿਓ ਫੇਰ ਹੋ ਗਿਆ। ਮੌਸਮ ਖੁਸ਼ਕ ਆ ਜੀ, ਇਹਨਾਂ ਨੇ ਜਿਹੜੀ ਖਬਰ ਕੱਲੀ ਆ ਆਉਣ ਵਾਲੇ 48 ਘੰਟੇ। ਅੱਛਾ ਜੀ ਜੀ ਹੈ। ਤੇ ਬਾਕੀ ਤੇਜਪਾਲ ਜੀ ਗੱਲ ਇਦਾਂ ਆ, ਅਸੀਂ ਤੇ ਇਹੋ ਹੀ ਕਹਾਂਗੇ ਵੀ ਕਿਸਾਨ ਵੀਰੋ ਤੇ ਭੈਣੋ, ਜੇ ਤੁਸੀਂ ਸਾਨੂੰ ਕੋਈ ਵੀ ਸੁਝਾਅ ਦੇਣਾ ਚਾਹੁੰਦੇ ਹੋ ਤੇ ਸਾਡਾ ਪਤਾ ਜਿਹੜਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹ ਇਸ ਤਰ੍ਹਾਂ ਆ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ 144001। ਤੇ ਸਾਡਾ ਈਮੇਲ ਐਡਰੈਸ ਜਿਹੜਾ ਹੈ ddpunjabi@gmail.com। ਬਿਲਕੁਲ ਠੀਕ ਹੈ ਜੀ। ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਮਾਹੌਲ ਥੋੜਾ ਜਿਹਾ ਠੀਕ ਨਹੀਂ, ਘਰੋਂ ਬਾਹਰ ਜਾਓ ਤੇ ਮਾਸਕ ਜ਼ਰੂਰ ਪਾ ਲਓ, ਹੈ ਜੀ। ਤੇ ਸਮਾਜਿਕ ਦੂਰੀ ਜ਼ਰੂਰ ਬਣਾਈ ਰੱਖੋ। ਜਦੋਂ ਘਰ ਵਾਪਸ ਆਓ ਤੇ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਵੋ, ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਤੇ ਹੁਣ ਸਾਨੂੰ ਇਜਾਜ਼ਤ ਦਿਓ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੇ ਜੈ ਹਿੰਦ ਜੀ।